ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਇੱਕ ਵਾਰ ਫੇਰ ਤੋਂ ਪੇਸ਼ ਕਰਨ ਦੇ ਲਈ ਹਾਜ਼ਰ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਊਦ ਦੀ ਸਮੱਸਿਆ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਦਾਊਦ ਆਪਣੇ ਇਕੱਲੇਪਨ ਦੀ ਸਮੱਸਿਆ ਦਾ ਸ਼ਿਕਾਰ ਸੀ। ਉਹ ਹਿੰਮਤ ਹਾਰ ਚੁੱਕਾ ਸੀ ਕਿਉਂਕਿ ਉਹ ਤਿਆਗ ਦਿੱਤਾ ਗਿਆ ਸੀ। ਉਹ ਬਹੁਤ ਉਦਾਸ ਸੀ ਅਤੇ ਉਹ ਹਾਰ ਚੁੱਕਾ ਸੀ। ਅਸੀਂ ਦਾਊਦ ਨੂੰ ਆਪਣੇ ਇਕੱਲੇਪਨ ਦੇ ਹੱਲ ਦੇ ਤਰੀਕੇ ਦਾ ਬਿਆਨ ਕਰਦੇ ਹੋਏ ਵੇਖਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਆਰੀ ਦੁਆਰਾ ਜਨਮ ਦੇ ਬਾਰੇ ਸਿੱਖਾਂਗੇ। ਸਾਡੇ ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਕੁਆਰੀ ਦੁਆਰਾ ਜਨਮ ਬਾਰੇ ਪਵਿੱਤਰ ਵਚਨ ਦੇ ਵਿੱਚ ਸਿਖਾਇਆ ਗਿਆ। ਇਸ ਦੇ ਵਿੱਚ ਅਸੀਂ ਦੇਖਾਂਗੇ ਭਵਿੱਖਬਾਣੀ ਦੁਆਰਾ ਤੇ ਸਬੂਤ ਦੁਆਰਾ। ਨੰਬਰ 2, ਸੁਸਮਾਚਾਰ ਨੂੰ ਸਮਝਣ ਦੇ ਵਿੱਚ ਕੁਆਰੀ ਦੁਆਰਾ ਜਨਮ ਆਲੋਚਨਾਤਮਕ ਹੈ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ ਕਿ ਮਸੀਹ ਦੇ ਪਹਿਲਾਂ ਤੋਂ ਵਜੂਦ ਦੇ ਵਿੱਚ ਹੋਣ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਪਵਿੱਤਰ ਵਚਨ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਮਸੀਹ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਨੰਬਰ 3, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਯਿਸੂ ਦਾ ਕੁਆਰੀ ਦੁਆਰਾ ਜਨਮ ਲੈਣਾ ਮਹੱਤਵਪੂਰਨ ਹੈ। ਇਸ ਦੇ ਵਿੱਚ ਅਸੀਂ ਜਾਣਾਂਗੇ ਸਾਡੀ ਮੁਕਤੀ ਦੇ ਲਈ ਪਰਮੇਸ਼ਰ ਦੀ ਯੋਜਨਾ, ਪਰਮੇਸ਼ਰ ਨਾਲ ਸਾਡੇ ਰਿਸ਼ਤੇ ਲਈ ਪਰਮੇਸ਼ਰ ਦੀ ਯੋਜਨਾ। ਨੰਬਰ 4, ਕੁਆਰੀ ਦੁਆਰਾ ਜਨਮ ਵਰਤਮਾਨ ਸਮੇਂ ਵਿੱਚ ਇੱਕ ਪ੍ਰੇਰਨਾ ਹੈ। ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਵਚਨ ਦੇ ਦੁਆਰਾ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਛੇਤੀ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਇਸ ਦੇ ਲਈ ਸੁਣਦੇ ਹਾਂ ਇਹ ਭਜਨ। ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਕਿਰਪਾ ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਹੈ ਕਿਰਪਾ ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਨੰਬਰ 1, ਕੁਆਰੀ ਦੁਆਰਾ ਜਨਮ ਬਾਰੇ ਪਵਿੱਤਰ ਵਚਨ ਵਿੱਚ ਸਿਖਾਇਆ ਗਿਆ ਹੈ। ਭਾਗ ਊੜਾ, ਭਵਿੱਖਬਾਣੀ ਦੁਆਰਾ। ਭਾਗ ਐੜਾ, ਸਬੂਤ ਦੁਆਰਾ। ਨੰਬਰ 2, ਸੁਸਮਾਚਾਰ ਨੂੰ ਸਮਝਣ ਵਿੱਚ ਕੁਆਰੀ ਦੁਆਰਾ ਜਨਮ ਆਲੋਚਨਾਤਮਕ ਹੈ। ਭਾਗ ਊੜਾ, ਮਸੀਹ ਦੇ ਪਹਿਲੇ ਤੋਂ ਵਜੂਦ ਵਿੱਚ ਹੋਣ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਭਾਗ ਐੜਾ, ਪਵਿੱਤਰ ਵਚਨ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਭਾਗ ਈੜੀ, ਮਸੀਹ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਨੰਬਰ 3, ਸਾਡੀਆਂ ਜ਼ਿੰਦਗੀਆਂ ਵਿੱਚ ਯਿਸੂ ਦਾ ਕੁਆਰੀ ਦੁਆਰਾ ਜਨਮ ਲੈਣਾ ਮਹੱਤਵਪੂਰਨ ਹੈ। ਭਾਗ ਊੜਾ, ਸਾਡੀ ਮੁਕਤੀ ਲਈ ਪਰਮੇਸ਼ਰ ਦੀ ਯੋਜਨਾ। ਭਾਗ ਐੜਾ, ਪਰਮੇਸ਼ਰ ਨਾਲ ਸਾਡੇ ਰਿਸ਼ਤੇ ਲਈ ਪਰਮੇਸ਼ਰ ਦੀ ਯੋਜਨਾ। ਨੰਬਰ 4, ਕੁਆਰੀ ਦੁਆਰਾ ਜਨਮ ਵਰਤਮਾਨ ਸਮੇਂ ਲਈ ਇੱਕ ਪ੍ਰੇਰਨਾ ਹੈ।
ਇੱਕ ਕੱਟੜਪੰਥੀ ਯਹੂਦੀ ਨੇ ਇੱਕ ਵਾਰ ਇੱਕ ਯਹੂਦੀ ਮਸੀਹੀ ਕੋਲੋਂ ਪੁੱਛਿਆ, ਮੰਨ ਲਓ ਕਿ ਅੱਜ ਸਾਡੇ ਵਿਚਕਾਰ ਇੱਕ ਪੁੱਤਰ ਪੈਦਾ ਹੋਵੇ ਅਤੇ ਕਿਹਾ ਜਾਵੇ ਕਿ ਇਸ ਦਾ ਜਨਮ ਇੱਕ ਕੁਆਰੀ ਦੁਆਰਾ ਹੋਇਆ ਹੈ। ਹੁਣ ਕੀ ਤੂੰ ਇਸ ਗੱਲ ਤੇ ਵਿਸ਼ਵਾਸ ਕਰੇਗਾ? ਯਹੂਦੀ ਮਸੀਹੀ ਮਸੀਹ ਨੇ ਇੱਕ ਪਲ ਲਈ ਸੋਚਿਆ ਅਤੇ ਕਿਹਾ, ਹਾਂ ਸ਼੍ਰੀਮਾਨ, ਮੈਂ ਵਿਸ਼ਵਾਸ ਕਰਾਂਗਾ। ਮੈਂ ਇਸ ਗੱਲ ਤੇ ਵਿਸ਼ਵਾਸ ਕਰਾਂਗਾ ਜੇ ਪੁੱਤਰ ਜਿਹੜਾ ਪੈਦਾ ਹੋਇਆ ਹੈ ਇੱਕ ਅਜਿਹਾ ਪੁੱਤਰ ਹੋਵੇ। ਮੈਨੂੰ ਯਾਦ ਹੈ ਜਦੋਂ ਮੈਂ ਇੱਕ ਸੈਮੀਨਰੀ ਦਾ ਵਿਦਿਆਰਥੀ ਸਾਂ, ਮੈਂ ਕੁਝ ਅਜਿਹਾ ਪੜ੍ਹਨ ਦਾ ਜ਼ਿੰਮੇਵਾਰ ਸੀ ਜੋ ਅਨਸਲੇਮ ਦੁਆਰਾ ਲਿਖਿਆ ਗਿਆ ਸੀ, ਜਿਸ ਨੂੰ ਕੁਰ ਡਿਓਸ ਹੋਮੋ ਕਹਿੰਦੇ ਹਨ। ਅਤੇ ਅਨਸਲੇਮ ਨੇ ਉਸ ਲਿਖਤ ਵਿੱਚ ਕਿਹਾ ਕਿ ਪਰਮੇਸ਼ਰ ਮਨੁੱਖ ਨੂੰ 4 ਵੱਖ-ਵੱਖ ਤਰੀਕਿਆਂ ਨਾਲ ਬਣਾ ਸਕਦਾ ਹੈ। ਸਭ ਤੋਂ ਪਹਿਲਾਂ ਕੁਦਰਤੀ ਪੀੜ੍ਹੀ ਦੇ ਨਿਯਮ ਦੁਆਰਾ ਇੱਕ ਮਰਦ ਅਤੇ ਔਰਤ ਦੇ ਮੇਲ ਦੁਆਰਾ ਇੱਕ ਪੁੱਤਰ ਜਾਂ ਬੱਚਾ ਜਨਮ ਲੈਂਦਾ ਹੈ। ਇਹ ਪਹਿਲਾ ਤਰੀਕਾ ਹੈ। ਦੂਜਾ, ਪਰਮੇਸ਼ਰ ਇੱਕ ਮਨੁੱਖ ਨੂੰ ਜਾਂ ਤਾਂ ਮਰਦ ਜਾਂ ਔਰਤ ਦੇ ਸਾਧਨ ਤੋਂ ਬਿਨਾਂ ਬਣਾ ਸਕਦਾ ਹੈ, ਕਿਉਂਕਿ ਇੱਕ ਦਿਨ ਉਸ ਨੇ ਆਦਮ ਨੂੰ ਰਚਿਆ ਸੀ, ਦੋਵਾਂ ਵਿੱਚੋਂ ਬਿਨਾਂ ਕਿਸੇ ਦੀ ਮਦਦ ਦੇ। ਤੀਜੀ ਗੱਲ, ਪਰਮੇਸ਼ਰ ਮਨੁੱਖ ਨੂੰ ਔਰਤ ਤੋਂ ਬਿਨਾਂ ਬਣਾ ਸਕਦਾ ਹੈ, ਕਿਉਂਕਿ ਇੱਕ ਦਿਨ ਪਰਮੇਸ਼ਰ ਨੇ ਆਦਮ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਲੈ ਕੇ ਹਵਾ ਨੂੰ ਬਣਾਇਆ ਸੀ ਅਤੇ ਔਰਤ ਨੂੰ ਰਚਨ ਵਿੱਚ ਹਵਾ ਦਾ ਕੋਈ ਵੀ ਯੋਗਦਾਨ ਨਹੀਂ ਸੀ। ਚੌਥੀ ਗੱਲ, ਪਰਮੇਸ਼ਰ ਇੱਕ ਮਰਦ ਜਾਂ ਔਰਤ ਨੂੰ ਇਲਾਹੀ ਸਾਮਰਥ ਦੇ ਕੇ ਉਸ ਦੁਆਰਾ ਇੱਕ ਮਨੁੱਖ ਨੂੰ ਜਨਮ ਦੇ ਸਕਦਾ ਹੈ, ਭਾਵੇਂ ਉਹਨਾਂ ਦੇ ਜਨਮ ਦੇਣ ਦੀ ਉਮਰ ਹੀ ਕਿਉਂ ਨਾ ਬੀਤ ਗਈ ਹੋਵੇ, ਜਿਵੇਂ ਕਿ ਉਸ ਨੇ ਅਬਰਾਹਮ ਅਤੇ ਸਾਰਾ ਨਾਲ ਕੀਤਾ। ਜਦੋਂ ਉਹਨਾਂ ਦੇ ਜਨਮ ਦੇਣ ਦੀ ਜਾਂ ਬੱਚੇ ਪੈਦਾ ਕਰਨ ਦੀ ਉਮਰ ਬੀਤ ਗਈ, ਪਰਮੇਸ਼ਰ ਨੇ ਉਹਨਾਂ ਨੂੰ ਇਜ਼ਾਕ ਦੀ ਬਰਕਤ ਦਿੱਤੀ। ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸੱਚ ਸਮਝ ਕੇ ਸਵੀਕਾਰ ਕਰੀਏ ਅਤੇ ਜੇ ਅਸੀਂ ਬਾਈਬਲ ਤੇ ਵਿਸ਼ਵਾਸ ਕਰਦੇ ਹਾਂ, ਸਾਡੇ ਕੋਲ ਕੋਈ ਵਿਕਲਪ ਨਹੀਂ ਹੈ, ਕਿਉਂਕਿ ਬਾਈਬਲ ਸਾਨੂੰ ਇਹ ਸਾਰੀਆਂ ਗੱਲਾਂ ਸਿਖਾਉਂਦੀ ਹੈ। ਫਿਰ ਸਾਡੇ ਲਈ ਅਗਲਾ ਕਦਮ ਉਠਾਉਣਾ ਅਤੇ ਇਹ ਪਹਿਚਾਨਣਾ ਔਖਾ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਰ ਯਿਸੂ ਨੂੰ ਵੀ ਜਨਮ ਦੇ ਸਕਦਾ ਸੀ, ਜਿਸ ਨੇ ਬਿਨਾਂ ਕਿਸੇ ਮਰਦ ਨਾਲ ਮੇਲ ਕੀਤੇ ਇੱਕ ਕੁਆਰੀ ਔਰਤ ਦੁਆਰਾ ਜਨਮ ਲਿਆ ਅਤੇ ਯਿਸੂ ਨੇ ਪਵਿੱਤਰ ਆਤਮਾ ਤੋਂ ਜਨਮ ਲਿਆ। ਹੁਣ ਯਿਸੂ ਮਸੀਹ ਦੇ ਕੁਆਰੀ ਦੁਆਰਾ ਜਨਮ ਲੈਣ ਦਾ ਸਿਧਾਂਤ ਪੂਰੇ ਇਤਿਹਾਸ ਵਿੱਚ ਉਹਨਾਂ ਸਭਨਾਂ ਦੁਆਰਾ ਸਵੀਕਾਰ ਕੀਤਾ ਗਿਆ ਹੈ ਜਿਹੜੇ ਬਾਈਬਲ ਤੇ ਵਿਸ਼ਵਾਸ ਕਰਨ ਵਾਲੇ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਇਹ ਅਜਿਹੀ ਚਰਚਾ ਅਤੇ ਬਹਿਸ ਲਈ ਇੱਕ ਯੁੱਧ ਦਾ ਮੈਦਾਨ ਰਿਹਾ ਹੈ। ਮੈਨੂੰ ਡਰ ਹੈ ਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਅਜਿਹੇ ਮਸੀਹੀ ਲੋਕ ਵੀ ਹਨ ਜਿਨ੍ਹਾਂ ਨੂੰ ਇਹ ਸਮਝ ਨਹੀਂ ਕਿ ਕੁਆਰੀ ਦੁਆਰਾ ਜਨਮ ਅਸਲ ਵਿੱਚ ਕੀ ਹੈ। ਕਈ ਵਾਰ ਮੈਂ ਮਸੀਹੀ ਲੋਕਾਂ ਨੂੰ ਕੁਆਰੀ ਦੁਆਰਾ ਜਨਮ ਬਾਰੇ ਗੱਲਬਾਤ ਕਰਦਾ ਸੁਣਦਾ ਹਾਂ ਅਤੇ ਖਾਸ ਕਰਕੇ ਸਾਲ ਦੇ ਇਸ ਸਮੇਂ ਵਿੱਚ ਜਦੋਂ ਅਸੀਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਉਸ ਬਾਲਕ ਪੁਣੇ ਉਸ ਦੇ ਸਰੀਰ ਵਿੱਚ ਰੂਪ ਧਾਰਨ ਦੀ ਗੱਲ ਕਰਦੇ ਹਾਂ ਅਤੇ ਮੈਂ ਉਹਨਾਂ ਨੂੰ ਯਿਸੂ ਦੇ ਕੁਆਰੀ ਦੁਆਰਾ ਜਨਮ ਲੈਣ ਬਾਰੇ ਇਸ ਤਰ੍ਹਾਂ ਗੱਲ ਕਰਦੇ ਸੁਣਦਾ ਹਾਂ। ਇਹ ਹੈ ਯਿਸੂ ਦਾ ਕੁਆਰੀ ਦੁਆਰਾ ਜਨਮ ਲੈਣਾ, ਸਾਡੇ ਪ੍ਰਭੂ ਦਾ ਚਮਤਕਾਰੀ ਜਨਮ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਯਿਸੂ ਦਾ ਕੁਆਰੀ ਦੁਆਰਾ ਜਨਮ ਲੈਣਾ ਇੱਕ ਚਮਤਕਾਰੀ ਜਨਮ ਤੋਂ ਕਿਤੇ ਵੱਧ ਕੇ ਹੈ। ਤੁਸੀਂ ਇਜ਼ਾਕ ਬਾਰੇ ਕਹਿ ਸਕਦੇ ਹੋ ਕਿ ਉਸ ਦਾ ਜਨਮ ਇੱਕ ਚਮਤਕਾਰ ਸੀ। ਉਸ ਦੇ ਮਾਂ-ਬਾਪ 100 ਸਾਲ ਦੀ ਉਮਰ ਦੇ ਸਨ ਜਦੋਂ ਉਸ ਦਾ ਜਨਮ ਹੋਇਆ। ਉਹ ਹੈ ਇੱਕ ਚਮਤਕਾਰ ਅਤੇ ਅਜਿਹਾ ਚਮਤਕਾਰ ਕਿ ਜੇ ਅੱਜ ਕੋਈ ਉਸ ਉਮਰ ਵਿੱਚ ਹੋਵੇ ਤਾਂ ਇਸ ਉਮਰ ਵਿੱਚ ਜਨਮ ਦੇਣਾ ਨਾਮੁਮਕਿਨ ਹੈ। ਤੁਸੀਂ ਸ਼ਾਇਦ ਕਹਿ ਸਕਦੇ ਹੋ ਕਿ ਯਹੂਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਇੱਕ ਚਮਤਕਾਰੀ ਜਨਮ ਸੀ, ਪਰ ਅਜੀਜ਼ੋ, ਯਿਸੂ ਮਸੀਹ ਦਾ ਜਨਮ ਉਸ ਨਾਲੋਂ ਕਿਤੇ ਵੱਧ ਕੇ ਸੀ। ਇਹ ਆਪਣੇ ਆਪ ਵਿੱਚ ਇੱਕ ਵੱਖਰੀ ਸ਼੍ਰੇਣੀ ਦਾ ਸੀ। ਇਸ ਤਰ੍ਹਾਂ ਫਿਰ ਕਦੀ ਨਹੀਂ ਹੋਇਆ ਅਤੇ ਨਾ ਹੀ ਪਹਿਲਾਂ ਕਦੀ ਹੋਇਆ ਸੀ। ਯਿਸੂ ਮਸੀਹ ਦਾ ਕੁਆਰੀ ਦੁਆਰਾ ਜਨਮ ਲੈਣਾ ਇੱਕ ਸਿਧਾਂਤ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਯਿਸੂ ਮਰੀਅਮ ਦੀ ਕੁੱਖ ਵਿੱਚ ਇਲਾਹੀ ਰੂਪ ਨਾਲ ਠਹਿਰਿਆ ਸੀ। ਪਵਿੱਤਰ ਆਤਮਾ ਨੇ ਪਿਆਰ ਦੀ ਕੁੰਡੀ ਬਣਾ ਕੇ ਸਾਡੇ ਮੁਕਤੀਦਾਤਾ ਦੇ ਦੋ ਸੁਭਾਅ, ਇਲਾਹੀ ਅਤੇ ਮਨੁੱਖੀ, ਦੋਵਾਂ ਨੂੰ ਸਦਾ ਲਈ ਇੱਕ ਵਿਅਕਤੀ ਵਿੱਚ ਮਿਲਾ ਦਿੱਤਾ। ਸਾਡੇ ਪ੍ਰਭੂ ਦੇ ਕੁਆਰੀ ਦੁਆਰਾ ਜਨਮ ਲੈਣ ਨੂੰ ਸੱਚਮੁੱਚ ਸਾਡੇ ਪ੍ਰਭੂ ਦੇ ਕੁਆਰੀ ਦੀ ਕੁੱਖ ਵਿੱਚ ਠਹਿਰਨ ਵਜੋਂ ਬਿਹਤਰ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ
ਕਿਉਂਕਿ ਚਮਤਕਾਰ ਬੱਚੇ ਦੇ ਜਨਮ ਲੈਣ ਤੋਂ 9 ਮਹੀਨੇ ਪਹਿਲਾਂ ਹੋਇਆ ਸੀ। ਇਹ ਇੱਕ ਸੱਚ ਹੈ ਕਿ ਪਵਿੱਤਰ ਆਤਮਾ ਨੇ ਯਿਸੂ ਨੂੰ ਮਰੀਅਮ ਦੀ ਕੁੱਖ ਅੰਦਰ ਠਹਿਰਾਇਆ, ਜਿਸ ਨੇ ਬਾਅਦ ਵਿੱਚ ਉਸੇ ਤਰੀਕੇ ਜਨਮ ਲਿਆ ਜਿਵੇਂ ਅਸੀਂ ਜਨਮ ਲੈਂਦੇ ਹਾਂ, ਅਤੇ ਉਸ ਨੂੰ ਖੁਰਲੀ ਵਿੱਚ ਰੱਖਿਆ ਗਿਆ। ਹੁਣ ਸਾਡੇ ਪ੍ਰਭੂ ਦਾ ਕੁਆਰੀ ਦੁਆਰਾ ਜਨਮ ਲੈਣ ਦੇ ਸਿਧਾਂਤ, ਜਿਵੇਂ ਮੈਂ ਕਿਹਾ ਹੈ, ਉਹ ਸਿਧਾਂਤ ਹੈ ਜਿਸ ਨੇ ਸਦੀਆਂ ਤੇ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਧਾਵਾ ਬੋਲਿਆ ਹੈ। ਅਤੇ ਮੈਂ ਤੁਹਾਨੂੰ ਦੱਸਾਂਗਾ, ਇਹ ਉਦਾਰਵਾਦੀਆਂ ਅਤੇ ਆਧੁਨਿਕਵਾਦੀਆਂ ਅਤੇ ਉਹਨਾਂ ਦੇ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਤਬਾਹ ਕਰਨਾ ਚਾਹੁੰਦੇ ਹਨ, ਇੱਕ ਮੁੱਖ ਕੇਂਦਰ ਬਿੰਦੂ ਕਿਉਂ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਸੋਚਦੇ ਹਨ ਕਿ ਜੇ ਉਹ ਯਿਸੂ ਦੇ ਕੁਆਰੀ ਦੁਆਰਾ ਜਨਮ ਲੈਣ ਦੇ ਸਿਧਾਂਤ ਨੂੰ ਤਬਾਹ ਕਰ ਦੇਣਗੇ ਤਾਂ ਉਹ ਮਸੀਹਤ ਦੇ ਮੁੱਖ ਪੱਥਰ ਨੂੰ ਹਿਲਾ ਦੇਣਗੇ ਅਤੇ ਮਸੀਹਤ ਆਪਣੇ ਆਪ ਜ਼ਮੀਨ ਤੇ ਡਿੱਗ ਪਵੇਗੀ, ਕਿਉਂਕਿ ਇਸ ਸਿਧਾਂਤ ਤੇ ਉਹ ਸਾਰੀਆਂ ਸਚਾਈਆਂ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੀ ਸਚਾਈਆਂ ਟਿਕੀਆਂ ਹੋਈਆਂ ਹਨ, ਜਿਨ੍ਹਾਂ ਤੇ ਅਸੀਂ ਅਨੋਖੇ ਢੰਗ ਨਾਲ ਵਿਸ਼ਵਾਸ ਕਰਦੇ ਹਾਂ। ਨੰਬਰ 1, ਕੁਆਰੀ ਦੁਆਰਾ ਜਨਮ ਬਾਰੇ ਪਵਿੱਤਰ ਵਚਨ ਵਿੱਚ ਸਿਖਾਇਆ ਗਿਆ ਹੈ। ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਆਰੀ ਦੁਆਰਾ ਜਨਮ ਲੈਣ ਦੀ ਸਿਧਾਂਤ 1800 ਸਦੀ ਜਾਂ 1700 ਸਦੀ ਜਾਂ 1500 ਸਦੀ ਦੇ ਕਲੀਸਿਆ ਦੇ ਕੁਝ ਆਗੂਆਂ ਦੀ ਕਲਪਨਾ ਦਾ ਮਨਘੜਤ ਬਿਆਨ ਨਹੀਂ ਹੈ, ਪਰ ਕੁਆਰੀ ਦੁਆਰਾ ਜਨਮ ਦਾ ਸਿਧਾਂਤ ਵਚਨ ਤੇ ਆਧਾਰਿਤ ਹੈ। ਇਹ ਪਰਮੇਸ਼ਰ ਦਾ ਵਚਨ ਹੈ ਜੋ ਇਸ ਨੂੰ ਸਿਖਾਉਂਦਾ ਹੈ। ਭਾਗ ਊੜਾ, ਭਵਿੱਖਬਾਣੀ ਦੁਆਰਾ। ਮਤੀ 1:23 ਵਚਨ, ਜਸ਼ਾਇਆ 7:14 ਵਚਨ। ਸਭ ਤੋਂ ਪਹਿਲਾਂ ਅਸੀਂ ਕੁਆਰੀ ਦੁਆਰਾ ਜਨਮ ਦੇ ਸਿਧਾਂਤ ਬਾਰੇ ਇਸ ਲਈ ਸਿੱਖਦੇ ਹਾਂ ਕਿਉਂਕਿ ਮਸੀਹ ਦੇ ਕੁਆਰੀ ਦੁਆਰਾ ਜਨਮ ਲੈਣ ਦੀ ਸਿੱਧੀ ਭਵਿੱਖਬਾਣੀ ਹੈ। ਤੁਸੀਂ ਇਹ ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਏ ਉਸ ਦੀ 22 ਐਤ ਵਿੱਚ ਵੇਖੋਗੇ, ਜੋ ਕਹਿੰਦੀ ਹੈ, ਇਹ ਸਭ ਕੁਝ ਇਸੇ ਲਈ ਹੋਇਆ ਭਾਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਜ਼ੁਬਾਨੀ ਆਖੀ ਸੀ ਉਹ ਪੂਰੀ ਹੋਵੇ। ਅਤੇ ਫਿਰ ਇੱਕ ਵਾਕ ਹੈ, ਵੇਖੋ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇਮਾਨੁਅਲ ਰੱਖਣਗੇ, ਜਿਹਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ। ਮਤੀ 1:23 ਵਚਨ। ਯਸ਼ਾਇਆ ਦੀ ਭਵਿੱਖਬਾਣੀ ਵਿੱਚ ਯਸ਼ਾਇਆ 7 ਅਧਿਆਏ ਉਸ ਦੀ 14 ਐਤ ਕਹਿੰਦੀ ਹੈ ਕਿ ਯਿਸੂ ਦਾ ਜਨਮ ਇੱਕ ਕੁਆਰੀ ਦੁਆਰਾ ਹੋਵੇਗਾ। ਮੇਰਾ ਵਿਸ਼ਵਾਸ ਹੈ ਕਿ ਸ਼ਾਇਦ ਪੁਰਾਣੇ ਨੇਮ ਵਿੱਚੋਂ ਹੋਰ ਕਿਸੇ ਵੀ ਐਤ ਤੋਂ ਵੱਧ ਜੇ ਕਿਸੇ ਐਤ ਤੇ ਆਲੋਚਨਾਤਮਕ ਨਿਵੇਦ ਲਿਖੇ ਗਏ ਹਨ ਤਾਂ ਉਹ ਐਤ ਹੈ ਯਸ਼ਾਇਆ 7:14 ਵਚਨ। ਜੇ ਤੁਸੀਂ ਉਹਨਾਂ ਦੀ ਲਾਇਬ੍ਰੇਰੀ ਵਿੱਚ ਜਾਓ, ਜਿਨ੍ਹਾਂ ਨੂੰ ਨਵਾਂ ਕੱਟੜਪੰਥੀ, ਵਿਦਵਾਨ, ਆਧੁਨਿਕਵਾਦੀ ਅਤੇ ਉਦਾਰਵਾਦੀ ਕਿਹਾ ਜਾਂਦਾ ਹੈ, ਤਾਂ ਤੁਹਾਨੂੰ ਯਸ਼ਾਇਆ 7:14 ਤੇ ਹਮਲਾ ਕਰਨ ਵਾਲੇ ਨਿਖਿੱਧ ਨਾਲ ਭਰੇ ਵੱਡੇ ਵੱਡੇ ਦਰਾਜ਼ ਮਿਲਣਗੇ। ਜੇ ਤੁਸੀਂ ਸੁਸਮਾਚਾਰ ਅਤੇ ਮੌਲਿਕ ਸੈਮਨਰੀਆਂ ਵਿੱਚ ਜਾਓ ਤੇ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਲੱਭੇਗਾ। ਨਾ ਸਿਰਫ ਉਹਨਾਂ ਦੇ ਹਮਲੇ, ਪਰ ਵਚਨ ਦਾ ਕੀ ਕਹਿਣਾ ਹੈ ਉਹ ਵੀ। ਪਰ ਕੋਈ ਵੀ ਸੂਝਵਾਨ ਬੰਦਾ ਜਿਹੜਾ ਬਾਈਬਲ ਨੂੰ ਇੱਕ ਸਮੁੱਚੇ ਰੂਪ ਵਿੱਚ ਪੁਰਾਣੇ ਨੇਮ ਅਤੇ ਨਵੇਂ ਨੇਮ ਦੋਵਾਂ ਨੂੰ ਸਮਝਦਾ ਹੈ, ਉਸ ਨੂੰ ਯਸ਼ਾਇਆ 7:14 ਤੋਂ ਡਰਨ ਦੀ ਲੋੜ ਨਹੀਂ ਹੈ। ਪੁਰਾਣੇ ਨੇਮ ਵਿੱਚ ਕੁਆਰੀ ਲਈ ਸ਼ਬਦ ਪੁਰਾਣੇ ਨੇਮ ਦਾ ਸ਼ਬਦ ਅਲਮਾ ਹੈ। ਇਹ ਉਹ ਸ਼ਬਦ ਹੈ ਜਿਸ ਦਾ ਅਰਥ ਹੈ ਇੱਕ ਜਵਾਨ ਔਰਤ ਜਿਸ ਨੇ ਮਰਦ ਨੂੰ ਹਾਲੇ ਤੱਕ ਨਹੀਂ ਜਾਣਿਆ। ਇੱਕ ਔਰਤ ਜੋ ਸ਼ੁੱਧ ਅਤੇ ਪਵਿੱਤਰ ਹੈ, ਜਿਸ ਨੇ ਕਿਸੇ ਵੀ ਮਰਦ ਨਾਲ ਹਾਲੇ ਤੱਕ ਕੋਈ ਸਬੰਧ ਨਹੀਂ ਰੱਖਿਆ। ਸਿਰਫ ਇਹੋ ਹੀ ਇੱਕ ਤਰੀਕਾ ਹੈ ਜਿਸ ਨਾਲ ਇਸ ਸ਼ਬਦ ਨੂੰ ਸਹੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਅਤੇ ਜਦੋਂ ਪੁਰਾਣੇ ਨੇਮ ਦੇ ਲੇਖਕਾਂ ਨੇ, ਜਿਨ੍ਹਾਂ ਨੇ ਇਬਰਾਨੀ ਦਾ ਯੂਨਾਨੀ ਭਾਸ਼ਾ ਵਿੱਚ ਅਨੁਵਾਦ ਕੀਤਾ, ਕੁਆਰੀ ਸ਼ਬਦ ਦੀ ਪਰਿਭਾਸ਼ਾ ਦੇਣ ਲਈ ਸ਼ਬਦ ਚੁਣਿਆ, ਉਹਨਾਂ ਨੇ ਪਰਥੀਨੋਸ ਸ਼ਬਦ ਵਰਤਿਆ, ਜੋ ਕਿ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਬਿਲਕੁਲ ਉਹੀ, ਇੱਕ ਔਰਤ ਜਿਸ ਨੇ ਮਰਦ ਨੂੰ ਹਾਲੇ ਤੱਕ ਨਹੀਂ ਜਾਣਿਆ, ਇੱਕ ਵਿਆਹੁਣਯੋਗ ਉਮਰ ਵਾਲੀ ਔਰਤ ਜਿਹੜੀ ਹਾਲੇ ਤੱਕ ਕਿਸੇ ਮਰਦ ਨਾਲ ਨਹੀਂ ਰਹੀ, ਇੱਕ ਕੁਆਰੀ ਔਰਤ। ਅਤੇ ਜਦੋਂ ਹੁਣ ਸਾਡੇ ਕੋਲ ਨਵਾਂ ਨੇਮ ਹੈ, ਜਿਵੇਂ ਕਿ ਇੱਥੇ ਮੱਤੀ ਦੀ ਅੰਜੀਲ ਵਿੱਚ ਕੁਆਰੀ ਲਈ ਜੋ ਸ਼ਬਦ ਵਰਤਿਆ ਗਿਆ ਹੈ ਅਤੇ ਅਨੁਵਾਦ ਕੀਤਾ ਗਿਆ ਹੈ, ਉਹ ਸ਼ਬਦ ਹੈ ਪਰਥੀਨੋਸ, ਇੱਕ ਵਿਆਹੁਣਯੋਗ ਉਮਰ ਵਾਲੀ ਔਰਤ ਜਿਸ ਨੇ ਮਰਦ ਨੂੰ ਹਾਲੇ ਤੱਕ ਨਹੀਂ ਜਾਣਿਆ। ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਯਿਸੂ ਮਸੀਹ ਨੇ ਇੱਕ ਕੁਆਰੀ ਔਰਤ ਦੀ ਕੁੱਖ ਵਿੱਚੋਂ ਜਨਮ ਲਿਆ, ਜਿਸ ਨੇ ਮਰਦ ਨਾਲ ਕੋਈ ਸਬੰਧ ਨਹੀਂ ਬਣਾਇਆ ਸੀ।
ਜੋ ਇੱਕ ਕੁਆਰੀ ਸੀ। ਪਰ ਜੇ ਅਸੀਂ ਇਹ ਸਭ ਜਾਣਦੇ ਹੋਏ ਹਾਲੇ ਵੀ ਇਸ ਗੱਲ ਦੇ ਯਕੀਨ ਨਹੀਂ ਹਾਂ ਕਿ ਇਹ ਉਹ ਸਿਧਾਂਤ ਹੈ ਜਿਸ ਤੇ ਪਰਮੇਸ਼ਰ ਦੀ ਪ੍ਰਵਾਨਗੀ ਦੀ ਮੋਹਰ ਲੱਗੀ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਮੱਤੀ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ ਸਾਨੂੰ ਸਿਖਾਉਂਦਾ ਹੈ ਕਿ ਯਸ਼ਾਇਆ 7 ਦੇ 14 ਜੋ ਕਹਿ ਰਹੀ ਹੈ, ਬਿਲਕੁਲ ਉਹੀ ਹੈ ਜੋ ਬਰਪਿਆ ਸੀ ਜਦੋਂ ਯਿਸੂ ਨੇ ਜਨਮ ਲਿਆ। ਕਿਉਂਕਿ 22 ਐਤ ਕਹਿੰਦੀ ਹੈ, ਇਹ ਸਭ ਕੁਝ ਇਸੇ ਲਈ ਹੋਇਆ ਭਾਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜੁਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ। ਸੋ ਨਵਾਂ ਨੇਮ ਸਾਨੂੰ ਯਸ਼ਾਇਆ 7 ਦੇ 14 ਵਚਨ ਸਾਨੂੰ ਇਹ ਸਭ ਕੁਝ ਸਿਖਾਉਂਦਾ ਹੈ। ਮੱਤੀ ਦੀ ਅੰਜੀਲ ਉਹੀ ਕਹਿੰਦੀ ਹੈ ਜਿਸ ਦੇ ਬਾਰੇ ਯਸ਼ਾਇਆ ਗੱਲ ਕਰ ਰਿਹਾ ਹੈ। ਜਦੋਂ 7ਵੇਂ ਅਧਿਆਇ ਵਿੱਚ ਉਹੀ ਹੋਇਆ ਜਦੋਂ ਯਿਸੂ ਦਾ ਜਨਮ ਹੋਇਆ, ਅਤੇ ਇਸ ਲਈ ਜਦੋਂ ਅਸੀਂ ਮਸੀਹ ਦੇ ਕੁਆਰੀ ਦੁਆਰਾ ਜਨਮ ਨੂੰ ਸਵੀਕਾਰ ਕਰਨਾ ਚੁਣਦੇ ਹਾਂ, ਇਹ ਯਸ਼ਾਇਆ ਵਿੱਚ ਕੁਝ ਇਕਾਂਤ ਬੰਦੇ ਨੂੰ ਬੇਕਾਰ ਸਮਝਣ ਦੀ ਗੱਲ ਨਹੀਂ ਹੈ, ਪਰ ਇਹ ਪਰਮੇਸ਼ਰ ਦੇ ਵਚਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਗੱਲ ਹੈ। ਕਿਉਂਕਿ ਨਵਾਂ ਨੇਮ ਕਹਿੰਦਾ ਹੈ ਕਿ ਪੁਰਾਣੇ ਨੇਮ ਯਿਸੂ ਬਾਰੇ ਬੋਲ ਰਿਹਾ ਹੈ ਜਦੋਂ ਇਹ 7ਵੇਂ ਅਧਿਆਇ ਵਿੱਚ ਇਹ ਭਵਿੱਖਬਾਣੀ ਦਿੰਦਾ ਹੈ। ਪਰਮੇਸ਼ਰ ਦਾ ਵਚਨ ਆਮ ਤੌਰ ਤੇ ਇਸ ਤਰੀਕੇ ਹੈ। ਮੈਂ ਇੱਕ ਖੋਜ ਕੀਤੀ ਹੈ ਕਿ ਪਰਮੇਸ਼ਰ ਨੇ ਸਾਨੂੰ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਉਸ ਨੂੰ ਚੁਣਨ ਦਾ ਵਿਕਲਪ ਨਹੀਂ ਦਿੱਤਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਇੱਕ ਦੂਜੇ ਨਾਲ ਇਸ ਤਰ੍ਹਾਂ ਸੰਬੰਧਿਤ ਹੈ ਕਿ ਜੇ ਤੁਸੀਂ ਇੱਕ ਹਿੱਸੇ ਨੂੰ ਨਾ ਮਨਜ਼ੂਰ ਕਰਦੇ ਹੋ, ਤੁਹਾਨੂੰ ਦੂਜੇ ਨੂੰ ਵੀ ਨਾ ਮਨਜ਼ੂਰ ਕਰਨਾ ਪਵੇਗਾ। ਕੁਆਰੀ ਦੁਆਰਾ ਜਨਮ ਦੇ ਸਿਧਾਂਤ ਨੂੰ ਪੁਰਾਣੇ ਨੇਮ ਦੀ ਸਿੱਧੀ ਭਵਿੱਖਬਾਣੀ ਦੁਆਰਾ ਸਿਖਾਇਆ ਗਿਆ ਹੈ। ਭਾਗ ਐੜਾ ਸਬੂਤ ਦੁਆਰਾ। ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਇ ਵਿੱਚ ਕੁਆਰੀ ਦੁਆਰਾ ਜਨਮ ਦੇ ਸਿਧਾਂਤ ਦਾ ਨਾ ਸਿਰਫ ਘੋਸ਼ਣਾ ਕੀਤੀ ਗਈ, ਪਰ ਇਸ ਦੀ ਹਰ ਥਾਂ ਰੱਖਿਆ ਵੀ ਕੀਤੀ ਗਈ ਹੈ। ਮੈਂ ਆਪਣੀ ਬਾਈਬਲ ਵਿੱਚ ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਇ ਦੀਆਂ ਐਤਾਂ ਨੂੰ ਚੰਗੀ ਤਰ੍ਹਾਂ ਜਾਂਚਿਆ ਹੈ। ਮੈਂ ਇਹਨਾਂ ਕੁਝ ਐਤਾਂ ਦੇ 6 ਵੱਖ-ਵੱਖ ਕਥਨਾਂ ਨੂੰ ਘੱਟ ਆਕਿਆ ਹੈ ਜੋ ਮਸੀਹ ਦੇ ਕੁਆਰੀ ਦੁਆਰਾ ਜਨਮ ਲੈਣ ਦੇ ਸਿਧਾਂਤ ਨੂੰ ਵਿਛਾਉਂਦੀਆਂ ਅਤੇ ਵਧਾ ਚੜਾ ਕੇ ਦੱਸਦੀਆਂ ਅਤੇ ਸਿਖਾਉਂਦੀਆਂ ਹਨ। ਤੁਸੀਂ ਸ਼ਾਇਦ ਉਹਨਾਂ ਨੂੰ ਨੋਟ ਕਰਨਾ ਚਾਹੋ ਜਦੋਂ ਅਸੀਂ ਉਹਨਾਂ ਨੂੰ ਪਵਿੱਤਰ ਵਚਨ ਵਿੱਚ ਨੋਟ ਕਰਦੇ ਹਾਂ। 6 ਵਾਰ ਇਹ ਬੰਦ ਘੋਸ਼ਣਾ ਕਰਦਾ ਹੈ ਕਿ ਯਿਸੂ ਦਾ ਜਨਮ ਖਾਸ ਕਰਕੇ ਇੱਕ ਕੁਆਰੀ ਦੁਆਰਾ ਹੋਇਆ। ਸਭ ਤੋਂ ਪਹਿਲਾਂ 18ਵੀਂ ਐਤ ਵਿੱਚ ਪਹਿਲਾ ਕਥਨ ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਅਮ ਦੀ ਯੂਸੁਫ ਨਾਲ ਕੜਮਾਈ ਹੋਈ ਸੀ, ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਇਹ ਹੈ ਪਹਿਲਾ ਕਥਨ। ਗੌਰ ਕਰੋ ਉਸੇ ਐਤ ਵਿੱਚ ਦੂਜਾ ਕਥਨ, ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਦੂਜਾ ਕਥਨ ਕਹਿੰਦਾ ਹੈ ਕਿ ਮਰੀਅਮ ਗਰਭਵਤੀ ਸੀ, ਉਸ ਦੀ ਕੁੱਖ ਵਿੱਚ ਇੱਕ ਬੱਚਾ ਸੀ ਅਤੇ ਉਹ ਬੱਚਾ ਪਵਿੱਤਰ ਆਤਮਾ ਤੋਂ ਸੀ। ਤੀਜਾ ਕਥਨ ਐਤ 20 ਵਿੱਚ ਪਾਇਆ ਜਾਂਦਾ ਹੈ, ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸੁਫ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਇਹ ਸੀ ਤੀਜਾ ਕਥਨ। ਐਤ 23 ਸਾਨੂੰ ਚੌਥਾ ਕਥਨ ਦਿੰਦੀ ਹੈ, ਵੇਖੋ ਕੁਆਰੀ ਗਰਭਵਤੀ ਹੋਵੇਗੀ। ਮੈਨੂੰ ਹੈਰਾਨਗੀ ਹੈ ਕਿ ਇਸ ਕਥਨ ਦੇ ਪ੍ਰਭਾਵ ਨੇ ਤੁਹਾਨੂੰ ਉਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਿ ਨਹੀਂ ਜਿਵੇਂ ਇਸ ਨੂੰ ਕਰਨਾ ਚਾਹੀਦਾ ਹੈ। ਇਹ ਉਲਟੀ ਗੱਲ ਹੈ। ਇਹ ਪ੍ਰਤੱਖ ਖੰਡਨ ਹੈ। ਇੱਕ ਕੁਆਰੀ ਗਰਭਵਤੀ ਕਿਵੇਂ ਹੋ ਸਕਦੀ ਹੈ? ਅਤੇ ਬੇਸ਼ੱਕ ਨਵੇਂ ਨੇਮ ਦੇ ਦ੍ਰਿਸ਼ਟੀਕੋਣ ਤੋਂ ਇਹ ਹੋ ਹੀ ਨਹੀਂ ਸਕਦਾ ਜਦੋਂ ਤੱਕ ਕਿ ਪਰਮੇਸ਼ਰ ਦੀ ਆਤਮਾ ਦੀ ਇਸ ਵਿੱਚ ਚਮਤਕਾਰੀ ਦਖਲ ਅੰਦਾਜ਼ੀ ਨਾ ਹੋਵੇ। ਕੁਆਰੀ ਗਰਭਵਤੀ ਹੈ ਕਿਉਂਕਿ ਪਰਮੇਸ਼ਰ ਨੇ ਪਵਿੱਤਰ ਆਤਮਾ ਰਾਹੀਂ ਕੁਆਰੀ ਦੀ ਕੁੱਖ ਵਿੱਚ ਚਮਤਕਾਰੀ ਢੰਗ ਨਾਲ ਬੱਚੇ ਨੂੰ ਠਹਿਰਾਇਆ ਹੈ, ਅਤੇ ਇਹ ਪਹਿਲਾਂ ਕਦੇ ਵੀ ਨਾ ਹੋਣ ਵਾਲਾ ਅਨੁਭਵ ਸੀ। ਐਤ 23 ਵਿੱਚ ਅਸੀਂ ਉਸ ਨਾਮ ਵਿੱਚ ਜੋ ਦਿੱਤਾ ਗਿਆ ਹੈ ਇੱਕ ਗੁਪਤ ਹਵਾਲਾ ਵੇਖਦੇ ਹਾਂ, ਅਤੇ ਉਹ ਉਸ ਦਾ ਨਾਮ ਇਮਾਨੁਅਲ ਰੱਖਣਗੇ, ਜਿਹਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ। ਪਰਮੇਸ਼ਰ ਸਾਡੇ ਵਿੱਚ ਵਸਣ ਲਈ ਹੇਠਾਂ ਆ ਰਿਹਾ ਹੈ। ਪਰਮੇਸ਼ਰ ਮਨੁੱਖੀ ਸਰੀਰ ਵਿੱਚ ਆ ਰਿਹਾ ਹੈ। ਅਤੇ ਫਿਰ ਜੇ ਅਸੀਂ ਇਹਨਾਂ ਸਾਰੇ ਕਥਨਾਂ ਨੂੰ ਘੱਟ ਆਕੀਏ ਅਤੇ ਇਹ ਯਕੀਨ ਬਣਾਉਣ ਲਈ ਕਿ ਕੋਈ ਵੀ ਗਲਤਫਹਿਮੀ ਨਹੀਂ ਹੈ, 24 ਅਤੇ 25 ਐਤ ਇਸ ਸੱਚਾਈ ਨੂੰ ਜੋੜਦੀ ਹੈ।
ਪਵਿੱਤਰ ਵਚਨ ਕਹਿੰਦਾ ਹੈ, ਤਦੋਂ ਯੂਸਫ ਨੇ ਸੁੱਤਿਆਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਔਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ ਅਤੇ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੇ। ਮਰੀਅਮ ਪਹਿਲਾਂ ਨਾ ਸਿਰਫ ਇਹ ਨਹੀਂ ਜਾਣਦੀ ਸੀ ਕਿ ਕਦੋਂ ਪਿਤਾ ਨੇ ਪਵਿੱਤਰ ਆਤਮਾ ਦੇ ਵਸੀਲੇ ਯਿਸੂ ਨੂੰ ਉਸ ਦੀ ਕੁੱਖ ਵਿੱਚ ਠਹਿਰਾਇਆ ਸੀ, ਪਰ ਉਹ ਯਿਸੂ ਦੇ ਕੁੱਖ ਵਿੱਚ ਠਹਿਰਨ ਤੋਂ ਬਾਅਦ ਯਿਸੂ ਦੇ ਜਨਮ ਲੈਣ ਤੱਕ ਮਨੁੱਖ ਨੂੰ ਵੀ ਨਹੀਂ ਜਾਣਦੀ ਸੀ। ਇਸ ਸੰਬੰਧ ਵਿੱਚ ਕੁਆਰੀ ਦੁਆਰਾ ਜਨਮ ਲੈਣ ਦਾ ਸਿਧਾਂਤ ਜੋ ਪ੍ਰਗਟ ਕੀਤਾ ਗਿਆ ਹੈ ਸਾਨੂੰ ਸਿਖਾਉਂਦਾ ਹੈ ਕਿ ਸਵਰਗ ਦਾ ਯਿਸੂ ਪਰਮੇਸ਼ਰ ਦਾ ਪੁੱਤਰ ਮਨੁੱਖ ਦੇ ਵਸੀਲੇ ਬਿਨਾਂ ਮਰੀਅਮ ਦੁਆਰਾ ਚਮਤਕਾਰੀ ਢੰਗ ਨਾਲ ਪੈਦਾ ਹੋਇਆ ਸੀ। ਪਵਿੱਤਰ ਆਤਮਾ ਰਾਹੀਂ ਮਰੀਅਮ ਵਿੱਚ ਗਰਭ ਧਾਰਨ ਕਰਕੇ ਤਾਂ ਕਿ ਯਿਸੂ ਮਸੀਹ ਨੂੰ ਅਸਲ ਵਿੱਚ ਉਸ ਦੇ ਮਨੁੱਖੀ ਰੂਪ ਵਿੱਚ ਵੇਖਿਆ ਜਾ ਸਕਦਾ। ਹਾਲਾਂਕਿ ਇਸ ਕਥਨ ਦੁਆਰਾ ਉਸ ਦੇ ਪਹਿਲੇ ਤੋਂ ਮੌਜੂਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ। ਕੁਝ ਸਾਲ ਪਹਿਲਾਂ ਇੱਕ ਹੈਰੀ ਰਿਮਨ ਨਾਮ ਦੇ ਬੰਦੇ ਨੇ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਸੀ ਯਿਸੂ ਦੀ ਸ਼ਾਨ। ਇਹ ਸਾਡੇ ਪ੍ਰਭੂ ਦੇ ਮਹਾਨ ਇਲਾਹੀ ਪੁਣੇ ਦੀ ਕਹਾਣੀ ਹੈ ਅਤੇ ਕਿਤਾਬ ਵਿੱਚ ਉਹ ਇੱਕ ਕਹਾਣੀ ਦੱਸਦਾ ਹੈ। ਉਸਨੇ ਕਿਹਾ ਕਿ ਇੱਕ ਮੌਕੇ ਉਸ ਨੂੰ ਇੱਕ ਮਨੁੱਖ ਲਈ ਜਾਂਚ ਕਮੇਟੀ ਵਿੱਚ ਸੇਵਾ ਕਰਨ ਲਈ ਕਿਹਾ ਗਿਆ, ਜਿਸ ਦੀ ਸੇਵਕਾਈ ਲਈ ਜਾਂਚ ਹੋ ਰਹੀ ਸੀ। ਉਸ ਜਾਂਚ ਦੇ ਵਿੱਚ ਜਵਾਨ ਮਨੁੱਖ ਜਿਹੜਾ ਇੱਕ ਪ੍ਰਚਾਰਕ ਬਣਨ ਦੀ ਇੱਛਾ ਰੱਖਦਾ ਸੀ, ਉਸਨੇ ਇਹ ਬਿਆਨ ਦਿੱਤਾ। ਉਸਨੇ ਕਿਹਾ, ਮੈਂ ਯਿਸੂ ਦੇ ਕੁਆਰੀ ਦੁਆਰਾ ਜਨਮ ਲੈਣ ਤੇ ਵਿਸ਼ਵਾਸ ਨਹੀਂ ਕਰਦਾ। ਖੈਰ, ਡਾਕਟਰ ਰਿਮਰ ਸੁਸਮਾਚਾਰ ਪ੍ਰਚਾਰਕ ਅਤੇ ਮਜ਼ਬੂਤ ਆਧਾਰਵਾਦੀ ਹੋਣ ਦੇ ਨਾਤੇ ਉਸੇ ਵੇਲੇ ਸੁਚੇਤ ਹੋ ਗਿਆ ਜੋ ਕਿ ਉਸ ਨੂੰ ਹੋਣਾ ਚਾਹੀਦਾ ਸੀ ਅਤੇ ਉਸ ਨੇ ਕਿਹਾ, ਤੂੰ ਯਿਸੂ ਦੇ ਕੁਆਰੀ ਦੁਆਰਾ ਜਨਮ ਲੈਣ ਤੇ ਵਿਸ਼ਵਾਸ ਕਿਉਂ ਨਹੀਂ ਕਰਦਾ? ਉਸਨੇ ਕਿਹਾ, ਮੈਂ ਯਿਸੂ ਦੇ ਕੁਆਰੀ ਦੁਆਰਾ ਜਨਮ ਲੈਣ ਤੇ ਵਿਸ਼ਵਾਸ ਇਸ ਲਈ ਨਹੀਂ ਕਰਦਾ ਕਿਉਂਕਿ ਕੁਆਰੀ ਦੁਆਰਾ ਜਨਮ ਲੈਣ ਦੀ ਸਚਾਈ ਸਿਰਫ ਨਵੇਂ ਨੇਮ ਦੇ 2 ਸਫ਼ਿਆਂ ਤੇ ਹੀ ਲੱਭਦੀ ਹੈ। ਪਾਲੂਸ ਨੇ ਇਸ ਦਾ ਕਦੀ ਜ਼ਿਕਰ ਨਹੀਂ ਕੀਤਾ, ਪਤਰਸ ਨੇ ਇਸ ਦਾ ਕਦੀ ਜ਼ਿਕਰ ਨਹੀਂ ਕੀਤਾ, ਯਾਕੂਬ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਅਤੇ ਮਸੀਹ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ। ਖੈਰ, ਡਾਕਟਰ ਰਿਮਰ ਨੇ ਕਿਹਾ, ਤੂੰ ਕੀ ਵਿਸ਼ਵਾਸ ਕਰਦਾ ਹਾਂ? ਉਸਨੇ ਕਿਹਾ, ਮੈਂ ਤੈਨੂੰ ਦੱਸਾਂਗਾ ਕਿ ਮੈਂ ਕੀ ਵਿਸ਼ਵਾਸ ਕਰਦਾ ਹਾਂ। ਮੈਂ ਪਹਾੜੀ ਉਪਦੇਸ਼ ਤੇ ਵਿਸ਼ਵਾਸ ਕਰਦਾ ਹਾਂ, ਉਹ ਸੁਸਮਾਚਾਰ ਮੇਰੇ ਲਈ ਕਾਫੀ ਹੈ। ਡਾਕਟਰ ਰਿਮਰ ਨੇ ਕਿਹਾ, ਮੇਰੇ ਲਈ ਨਹੀਂ, ਮੈਂ ਪਹਾੜੀ ਉਪਦੇਸ਼ ਤੇ ਵਿਸ਼ਵਾਸ ਨਹੀਂ ਕਰਦਾ। ਉਸਨੇ ਕਿਹਾ, ਕਿਉਂ ਨਹੀਂ? ਉਸਨੇ ਕਿਹਾ, ਪਾਲੂਸ ਨੇ ਇਸ ਦਾ ਜ਼ਿਕਰ ਨਹੀਂ ਕੀਤਾ, ਪਤਰਸ ਨੇ ਇਸ ਦਾ ਜ਼ਿਕਰ ਨਹੀਂ ਕੀਤਾ, ਯਾਕੂਬ ਨੇ ਇਸ ਦਾ ਜ਼ਿਕਰ ਨਹੀਂ ਕੀਤਾ। ਕੀ ਇਹ ਦਿਲਚਸਪ ਨਹੀਂ ਹੈ ਕਿ ਕਿਵੇਂ ਲੋਕ ਸੱਚਾਈ ਦੀ ਛੋਟ ਦਿੰਦੇ ਹਨ ਜਦੋਂ ਉਹਨਾਂ ਨੇ ਪਹਿਲਾਂ ਤੋਂ ਹੀ ਤੈਅ ਕਰ ਲਿਆ ਹੁੰਦਾ ਹੈ ਕਿ ਉਹ ਇਸ ਤੇ ਵਿਸ਼ਵਾਸ ਨਹੀਂ ਕਰਨਗੇ? ਕਿੰਨੀ ਵਾਰ ਪਰਮੇਸ਼ਰ ਨੂੰ ਇਹ ਦੱਸਣਾ ਪੈਂਦਾ ਹੈ ਇਸ ਤੋਂ ਪਹਿਲਾਂ ਕਿ ਇਹ ਸੱਚ ਹੋਵੇ? ਜੇ ਪਰਮੇਸ਼ਰ ਨੇ ਇੱਕ ਵਾਰ ਇਹ ਕਿਹਾ ਹੈ, ਸਾਡੇ ਲਈ ਇੰਨਾ ਹੀ ਕਾਫੀ ਹੈ। ਨੰਬਰ 2, ਸੁਸਮਾਚਾਰ ਨੂੰ ਸਮਝਣ ਵਿੱਚ ਕੁਆਰੀ ਦੁਆਰਾ ਜਨਮ ਆਲੋਚਨਾਤਮਕ ਹੈ, ਪਰ ਮੈਂ ਤੁਹਾਡੇ ਦਿਮਾਗ ਨੂੰ ਕੁਝ ਆਰਾਮ ਦੇਣਾ ਚਾਹੁੰਦਾ ਹਾਂ। ਮਸੀਹ ਦਾ ਕੁਆਰੀ ਦੁਆਰਾ ਜਨਮ ਲੈਣਾ ਨਵੇਂ ਨੇਮ ਦੇ ਇੱਕ ਬੰਦ ਜਾਂ ਪੁਰਾਣੇ ਨੇਮ ਦੀ ਇੱਕ ਛੋਟੀ ਜਿਹੀ ਭਵਿੱਖਬਾਣੀ ਤੱਕ ਸੀਮਿਤ ਨਹੀਂ ਹੈ। ਕੁਆਰੀ ਦੁਆਰਾ ਜਨਮ ਦੀ ਸਾਰੀ ਜਾਣਕਾਰੀ ਜੋ ਸਾਡੇ ਕੋਲ ਬਾਈਬਲ ਵਿੱਚ ਹੈ, ਉਸ ਵਿੱਚ ਹਰ ਥਾਂ ਕਲਪਨਾ ਕੀਤੀ ਗਈ ਹੈ। ਇਹ ਮਨੁੱਖ ਨੂੰ ਦਿੱਤੇ ਗਏ ਪਰਮੇਸ਼ਰ ਦੇ ਪ੍ਰਕਾਸ਼ ਦਾ ਹਿੱਸਾ ਹੈ ਅਤੇ ਜੇ ਅਸੀਂ ਇਸ ਨੂੰ ਉਸ ਪ੍ਰਕਾਸ਼ ਵਿੱਚੋਂ ਬਾਹਰ ਕੱਢ ਦਈਏ ਤਾਂ ਉਸ ਪ੍ਰਕਾਸ਼ ਦਾ ਕੋਈ ਅਰਥ ਨਹੀਂ ਰਹਿੰਦਾ। ਤੁਸੀਂ ਯਿਸੂ ਨੂੰ ਉਸ ਦੀ ਮਨੁੱਖਤਾ ਵਿੱਚ ਆਉਣ ਲਈ, ਕੁੱਖ ਵਿੱਚੋਂ ਜਨਮ ਲੈਣ ਲਈ ਪਰਮੇਸ਼ਰ ਦੇ ਇਲਾਹੀ ਪ੍ਰਕਾਸ਼ ਦੀ ਪਕੜ ਵਿੱਚ ਆਉਣ ਤੋਂ ਬਗੈਰ ਪਰਮੇਸ਼ਰ ਦੇ ਵਚਨ ਨੂੰ ਨਹੀਂ ਸਮਝ ਸਕਦੇ। ਹੁਣ ਕਈ ਵਾਰ ਜਦੋਂ ਅਸੀਂ ਉਸ ਸਿਧਾਂਤ ਵਿੱਚ ਚੱਲਦੇ ਹੀ ਜਾਂਦੇ ਹਾਂ ਜਿਸ ਦਾ ਸਾਡੇ ਵਿਸ਼ਵਾਸ ਵਿੱਚ ਬਹੁਤ ਵੱਡਾ ਮਤਲਬ ਹੈ ਅਤੇ ਅਸੀਂ ਇਸ ਬਾਰੇ ਸਿਖਾਉਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ, ਅਸੀਂ ਇਸ ਤੇ ਵਿਸ਼ਵਾਸ ਕਰਦੇ ਹਾਂ, ਜੇ ਅਸੀਂ ਸਾਵਧਾਨ ਨਹੀਂ ਹਾਂ ਅਸੀਂ ਇਸ ਤੋਂ ਦੂਰ ਜਾ ਸਕਦੇ ਹਾਂ ਅਤੇ ਕੋਈ ਸਾਨੂੰ ਇਸ ਅਸਲੀਅਤ ਵਿੱਚ ਵਾਪਸ ਲੈ ਕੇ ਆਉਂਦਾ ਹੈ ਅਤੇ ਉਹ ਇਸ ਤਰ੍ਹਾਂ ਦੇ ਸਵਾਲ ਪੁੱਛਣਗੇ, ਤਾਂ ਕੀ ਹੋਇਆ? ਤਾਂ ਕੀ ਹੋਇਆ? ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਪੂਰਾ ਦਿਨ ਮਸੀਹ ਦੇ ਕੁਆਰੀ ਦੁਆਰਾ ਜਨਮ ਲੈਣ ਬਾਰੇ ਗੱਲਬਾਤ ਕਰਦੇ ਗੁਜ਼ਾਰਦੇ ਹਾਂ। ਇਸ ਨਾਲ ਕੀ ਫਰਕ ਪੈਂਦਾ ਹੈ? ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ
ਕਿ ਸੰਸਾਰ ਵਿੱਚ ਇਸ ਦਾ ਬਹੁਤ ਫਰਕ ਪੈਂਦਾ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਇਹਨਾਂ ਅਗਲੇ ਕੁਝ ਪਲਾਂ ਵਿੱਚ ਸਾਡੀ ਚਰਚਾ ਨੂੰ ਸਾਨੂੰ ਪਰਮੇਸ਼ਰ ਦੇ ਵਚਨ ਵਿੱਚ ਇਸ ਸਿਧਾਂਤ ਦੀ ਵੱਡੀ ਮਹੱਤਤਾ ਦੀ ਪ੍ਰਸ਼ੰਸਾ ਕਰਨ ਵਿੱਚ ਮਦਦ ਕਰੇਗੀ ਅਤੇ ਉਸ ਵਾਸਤਵਿਕਤਾ ਦੀ ਪਕੜ ਵਿੱਚ ਆਉਣਾ ਇਸ ਸੀਜ਼ਨ ਲਈ ਸਾਡੀ ਸੰਦੇਸ਼ਸ਼ੀਲ ਪਹੁੰਚ ਨਹੀਂ ਹੈ, ਪਰ ਕ੍ਰਿਸਮਸ ਦੀ ਇੱਕ ਸਿਧਾਤਮਿਕ ਸਮਝ ਹੈ ਜਦੋਂ ਅਸੀਂ ਯਿਸੂ ਦੇ ਜਨਮ ਲੈਣ ਦੀ ਗੱਲ ਕਰਦੇ ਹਾਂ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅਖੀਰ ਤੱਕ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਕੁਵਾਰੀ ਦੇ ਜਨਮ ਬਾਰੇ ਚਰਚਾ ਕਰ ਰਹੇ ਸੀ। ਅੱਜ ਅਸੀਂ ਜਾਣਿਆ ਕਿ ਪਰਮੇਸ਼ਵਰ ਸਰਵ ਸ਼ਕਤੀਮਾਨ ਹਨ, ਉਹ ਕੁਝ ਵੀ ਕਰ ਸਕਦੇ ਹਨ। ਜਿਸ ਤਰ੍ਹਾਂ ਉਹਨਾਂ ਨੇ ਇੱਕ ਕੁਵਾਰੀ ਨੂੰ ਪ੍ਰਭੂ ਯਿਸੂ ਮਸੀਹ ਜੀ ਨੂੰ ਪੈਦਾ ਕੀਤਾ, ਉਹ ਕਿਸੇ ਹੋਰ ਤਰੀਕੇ ਨਾਲ ਵੀ ਪ੍ਰਭੂ ਯਿਸੂ ਜੀ ਨੂੰ ਪੈਦਾ ਕਰ ਸਕਦੇ ਸੀ, ਜਿਸ ਦੇ ਵਿੱਚ ਆਦਮੀ ਅਤੇ ਔਰਤ ਦੀ ਕੋਈ ਲੋੜ ਨਹੀਂ ਹੁੰਦੀ। ਅਸੀਂ ਜਾਣਿਆ ਕਿ ਕੁਵਾਰੀ ਦੇ ਜਨਮ ਬਾਰੇ ਪਵਿੱਤਰ ਵਚਨ ਸਾਨੂੰ ਕੀ ਸਿਖਾਉਂਦਾ ਹੈ। ਯਿਸੂ ਜੀ ਦਾ ਕੁਵਾਰੀ ਤੋਂ ਜਨਮ ਲੈਣਾ ਇੱਕ ਚਮਤਕਾਰ ਹੈ। ਅਸਲ ਦੇ ਵਿੱਚ ਇਹ ਚਮਤਕਾਰ ਤੋਂ ਕਿਤੇ ਵੱਧ ਕੇ ਹੈ। ਅਸੀਂ ਮਸੀਹ ਦੇ ਕੁਵਾਰੀ ਦੁਆਰਾ ਜਨਮ ਲੈਣ ਤੋਂ ਇਹ ਸਿੱਖਦੇ ਹਾਂ ਕਿ ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਇੱਕ ਸਿਧਾਂਤ ਪਾਇਆ ਜਾਂਦਾ ਹੈ। ਪ੍ਰਭੂ ਯਿਸੂ ਜੀ ਦੇ ਜਨਮ ਨੂੰ ਅਸੀਂ ਬਾਣੀ ਦੀ ਭਵਿੱਖਬਾਣੀ ਤੋਂ ਵੀ ਸਿੱਖਦੇ ਹਾਂ। ਅਸੀਂ ਸਬੂਤਾਂ ਦੇ ਰਾਹੀਂ ਵੀ ਇਸ ਨੂੰ ਸਿੱਖਿਆ। ਇਸ ਤੋਂ ਬਾਅਦ ਅਸੀਂ ਸੁਸਮਾਚਾਰ ਨੂੰ ਸਮਝਣ ਵਿੱਚ ਕੁਵਾਰੀ ਦੁਆਰਾ ਜਨਮ ਆਲੋਚਨਾਤਮਕ ਹੈ, ਇਸ ਨੂੰ ਜਾਣਿਆ। ਫਿਰ ਅਸੀਂ ਜਾਣਿਆ ਕਿ ਮਸੀਹ ਦੇ ਪਹਿਲਾਂ ਤੋਂ ਵਜੂਦ ਦੇ ਵਿੱਚ ਹੋਣ ਪ੍ਰਤੀ ਇਹ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਇਹ ਪਵਿੱਤਰ ਵਚਨ ਪ੍ਰਤੀ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ ਅਤੇ ਇਹ ਮਸੀਹ ਦੇ ਪ੍ਰਤੀ ਤੁਹਾਡੇ ਰਵੱਈਏ ਨੂੰ ਤੈਅ ਕਰਦਾ ਹੈ। ਦੋਸਤੋ, ਅਸੀਂ ਅੱਜ ਦੇ ਵਚਨ ਵਿੱਚੋਂ ਕਈ ਹੋਰ ਗੱਲਾਂ ਨੂੰ ਵੀ ਸਿੱਖਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਵਚਨਾਂ ਦਾ ਲਾਭ ਜ਼ਰੂਰ ਮਿਲਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਅੱਜ ਅਸੀਂ ਇਸ ਗੱਲ ਨੂੰ ਜਾਣ ਸਕੇ ਕਿ ਪ੍ਰਭੂ ਜੀ ਯਿਸੂ ਮਸੀਹ ਕੁਆਰੀ ਮਰੀਮ ਤੋਂ ਹੀ ਕਿਉਂ ਪੈਦਾ ਹੋਏ, ਉਹਨਾਂ ਨੇ ਕੁਆਰੀ ਤੋਂ ਹੀ ਕਿਉਂ ਜਨਮ ਲਿਆ। ਪਿਤਾ ਪਰਮੇਸ਼ਰ, ਅਸੀਂ ਜਾਣਿਆ ਕਿ ਤੁਸੀਂ ਸਰਵ ਸ਼ਕਤੀਮਾਨ ਹੋ, ਤੁਸੀਂ ਕੁਝ ਵੀ ਕਰ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਤਾਂ ਕੋਈ ਹੋਰ ਸਾਧਨ ਵੀ ਇਸਤੇਮਾਲ ਕਰ ਸਕਦੇ ਸੀ, ਜਿਸ ਦੇ ਵਿੱਚ ਪਿਤਾ ਪਰਮੇਸ਼ਰ ਕਿਸੇ ਵੀ ਇਸਤਰੀ ਜਾਂ ਔਰਤ, ਇਸਤਰੀ ਜਾਂ ਪ੍ਰਭੂ ਜੀ ਆਦਮੀ ਦੀ ਜ਼ਰੂਰਤ ਨਹੀਂ ਹੈ। ਪਿਤਾ ਪਰਮੇਸ਼ਰ, ਇਸ ਵਚਨ ਦੇ ਵਿੱਚੋਂ ਅਸੀਂ ਸਿੱਖਿਆ ਕਿ ਤੁਸੀਂ ਮਹਾਨ ਔਰ ਸਰਵ ਸ਼ਕਤੀਮਾਨ ਹੋ। ਤੁਸੀਂ ਜੋ ਇਸ ਜਨਮ ਦੇ ਬਾਰੇ, ਕੁਵਾਰੀ ਦੇ ਜਨਮ ਦੇ ਬਾਰੇ ਸਾਨੂੰ ਸਿਖਾਇਆ, ਉਹ ਸੱਚਮੁੱਚ ਪਿਤਾ ਪਰਮੇਸ਼ਰ ਬਾਈਬਲ ਬਾਣੀ ਦੇ ਅਨੁਸਾਰ ਹੈ, ਕਿਉਂਕਿ ਇਹ ਭਵਿੱਖਬਾਣੀਆਂ ਦੀ ਗੱਲਾਂ। ਤੁਸੀਂ ਇਹਦੇ ਸਬੂਤ ਪੇਸ਼ ਕੀਤੇ ਸਾਡੇ ਅੱਗੇ, ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਕਿ ਜਿੰਨੇ ਵੀ ਲੋਕ ਅੱਜ ਇਸ ਪ੍ਰੋਬਲਮ 'ਚ ਹਨ, ਜਿਹੜੇ ਇਸ ਗੱਲ ਨੂੰ ਪਛਾ ਨਹੀਂ ਸਕਦੇ ਕਿ ਯਿਸੂ ਮਸੀਹ ਕਿਸ ਤਰ੍ਹਾਂ ਕੁਵਾਰੀ ਦੇ ਪੇਟ ਤੋਂ ਪੈਦਾ ਹੋ ਸਕਦਾ ਹੈ, ਪਿਤਾ ਪਰਮੇਸ਼ਰ ਅੱਜ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।